ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕਾ ਦੇਹਰਾ ਫਿਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਵਿਚਾਰ ਕਰਾਂਗੇ ਕਿ ਕੀ ਕੋਈ ਕਰਾਮਾਤ ਵੀ ਹੈ ਜਾਂ ਨਹੀਂ। ਆਮ ਭਾਸ਼ਾ ਦੇ ਵਿੱਚ ਅਸੀਂ ਕਰਾਮਾਤ ਉਸ ਚੀਜ਼ ਨੂੰ ਕਹਿ ਦਿੰਦੇ ਹਾਂ ਜਿਹੜੀ ਅਣਹੋਣੀ ਹੁੰਦੀ ਆ, ਜਿਹੜੀ ਕਿਤੇ ਹੋ ਨਹੀਂ ਸਕਦੀ ਤੇ ਉਹ ਹੋ ਜਾਵੇ, ਉਹ ਕੋਈ ਸਾਧੂ ਸੰਤ ਕਰ ਦੇਵੇ ਤਾਂ ਉਸ ਨੂੰ ਅਸੀਂ ਕਹਿ ਦਿੰਦੇ ਕਰਾਮਾਤ। ਪਰ ਇਹ ਕਰਾਮਾਤ ਕੁਛ ਨਹੀਂ ਹੈ। ਪਰਮਾਤਮਾ ਦੇ ਦਰ ਦੇ ਉੱਤੇ ਕੁਛ ਵੀ ਅਣਹੋਣੀ ਨਹੀਂ ਹੈ, ਕਿਉਂਕਿ ਉਹ ਸਾਰਾ ਕੁਛ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਜਦੋਂ ਕੋਈ ਵੀ ਸਾਧੂ ਸੰਤ ਉਹਦਾ ਨਾਮ ਜਪਦਾ ਹੈ, ਰਿੱਧੀਆਂ ਸਿੱਧੀਆਂ ਸਾਰੀਆਂ ਉਹਦੇ ਚਰਨਾਂ ਦੇ ਵਿੱਚ ਆ ਕੇ ਖਲੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਕਹਿੰਦੇ ਰਿੱਧ ਸਿੱਧ ਨਾਵੈ ਕੀ ਦਾਸੀ। ਉਸ ਭਗਤ ਜਨ ਦਾ ਇੱਕ ਊਰਾ ਬਣਦਾ ਜਾਂਦਾ ਹੈ, ਇੱਕ ਦਾਇਰਾ ਬਣ ਜਾਂਦਾ ਹੈ ਚਾਰ ਚੁਫੇਰੇ। ਜਿੰਨਾ ਵੀ ਜੋ ਵੀ ਉਹਦੇ ਸਰਕਲ ਦੇ ਵਿੱਚ ਆਉਂਦਾ ਹੈ, ਫਿਰ ਉਹ ਜਿਸ ਤਰ੍ਹਾਂ ਦੀ ਉਸ ਭਗਤ ਜਨ ਦੀ ਮਨ ਦੀ ਭਾਵਨਾ ਹੁੰਦੀ ਹੈ, ਪਰਮਾਤਮਾ ਉਹੋ ਜਿਹਾ ਹੀ ਕੰਮ ਕਰ ਦਿੰਦਾ ਹੈ। ਜਦੋਂ ਕੋਈ ਬਿਮਾਰ ਹੁੰਦਾ ਹੈ, ਸਾਧੂ ਜਨ ਦੇ ਕੋਲ ਆ ਜਾਂਦਾ ਹੈ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਤਾਂ ਉਹ ਠੀਕ ਹੋ ਜਾਂਦਾ ਹੈ, ਕਿਉਂਕਿ ਉਹ ਪਰਮਾਤਮਾ ਨੂੰ ਟੁੱਟਿਆ ਹੁੰਦਾ ਹੈ ਤੇ ਉਹਨੂੰ ਨੈਗੇਟਿਵ ਪਾਵਰਾਂ ਨੇ ਘੇਰਿਆ ਹੁੰਦਾ ਹੈ। ਇਹ ਬਿਮਾਰੀਆਂ, ਦਲਿੱਦਰ, ਦੁੱਖ, ਕਲੇਸ਼, ਇਹ ਸਾਰੀਆਂ ਨੈਗੇਟਿਵ ਪਾਵਰਾਂ ਹੈ। ਇਹ ਕਲਯੁਗ ਦੀਆਂ ਤਾਕਤਾਂ ਹਨ, ਇਹ ਕਲਯੁਗ ਦੇ ਜਰਨੈਲ ਹਨ, ਜਿਹੜੇ ਉਹਨੇ ਦੁਨੀਆ ਨੂੰ ਤਬਾਹ ਕਰਨ ਤੇ ਦੁਨੀਆ ਨੂੰ ਰੱਬ ਵਾਲੇ ਬੰਨਿਓ ਹਟਾ ਕੇ ਆਪਣੇ ਵਿੱਚ ਲਾ ਕੇ ਤੇ ਉਹਨਾਂ ਨੂੰ ਸਜ਼ਾ ਦੇਣ ਡਿਆ ਉਹਨਾਂ ਦੇ ਕਰਮਾਂ ਮੁਤਾਬਕ। ਉਹਨੂੰ ਸਜ਼ਾ ਭੁਗਤ ਰਹੇ ਹੁੰਦੇ ਹਨ। ਜਦੋਂ ਗੁਰੂ ਦੇ ਸ਼ਰਨਾਂ ਵਿੱਚ ਆ ਜਾਂਦੇ ਹਨ, ਜਾਂ ਗੁਰੂ ਦੀ ਬਾਣੀ ਪੜ੍ਹਨ ਵਾਲੇ ਕਿਸੇ ਵੀ ਭਗਤ ਦੇ ਚਰਨਾਂ ਦੇ ਵਿੱਚ ਆ ਜਾਂਦੇ ਹਨ, ਉਸ ਦੀ ਸ਼ਰਨ ਵਿੱਚ ਆ ਜਾਂਦੇ ਹਨ, ਤਾਂ ਉਹ ਭਗਤ ਜਨ ਦੇ ਦਾਇਰੇ ਦੇ ਉੱਤੇ, ਜਿੰਨਾ ਉਹ ਭਗਤ ਜਨ ਦਾ ਦਾਇਰਾ ਹੁੰਦਾ ਹੈ, ਜਦੋਂ ਉਹਦੇ ਵਿੱਚ ਆ ਜਾਂਦੇ ਹਨ ਤਾਂ ਉੱਥੋਂ ਨੈਗੇਟਿਵਿਟੀਆਂ ਭੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਸ ਇਨਸਾਨ ਨੂੰ ਸਕੂਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਤਾਂ ਉਹ ਕਹਿੰਦਾ ਹੈ ਵੀ ਹਾਂ, ਮੈਨੂੰ ਫਲਾਣੇ ਸਾਧੂ ਕੋਲ ਜਾ ਕੇ ਆਰਾਮ ਆ ਗਿਆ, ਫਲਾਣੇ ਸਾਧੂ ਕੋਲ ਜਾ ਕੇ ਮੈਂ ਠੀਕ ਹੋ ਗਿਆ, ਬੜੀ ਚੜ੍ਹਦੀ ਕਲਾ ਹੋ ਗਈ। ਇਹ ਕਰਾਮਾਤ ਨਹੀਂ ਹੈ। ਜੋ ਇਨਸਾਨ ਦੇ ਦਿਮਾਗ ਤੋਂ ਉੱਪਰ ਜਾ ਕੇ ਗੱਲ ਹੁੰਦੀ ਹੈ, ਜਿੱਥੇ ਜਾ ਕੇ ਇਨਸਾਨ ਦਾ ਦਿਮਾਗ ਖਤਮ ਹੁੰਦਾ ਹੈ, ਜਿੱਥੇ ਜਾ ਕੇ ਅੱਖਰੀ ਗਿਆਨੀਆਂ ਦਾ ਦਿਮਾਗ ਖਤਮ ਹੁੰਦਾ ਹੈ, ਉੱਥੋਂ ਜਾ ਕੇ ਪਰਮਾਤਮਾ ਦੀ ਕਿਰਪਾ ਸ਼ੁਰੂ ਹੋ ਜਾਂਦੀ ਹੈ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਹ ਇੱਕ ਭਗਤ ਵਾਸਤੇ ਉਹ ਨਾਰਮਲ ਗੱਲਾਂ ਹੁੰਦੀਆਂ ਹਨ, ਗੁਰੂ ਵਾਸਤੇ ਉਹ ਇੱਕ ਨਾਰਮਲ ਗੱਲਾਂ ਹਨ, ਪਰ ਆਮ ਸੰਗਤ ਵਾਸਤੇ ਉਹ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਹਨ। ਹੁਣ ਭਗਤ ਨਾਮਦੇਵ ਜੀ ਸੀ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕਾ ਦੇਹਰਾ ਫਿਰੈ। ਜਦੋਂ ਭਗਤ ਨਾਮਦੇਵ ਜੀ ਨੂੰ ਪੰਡਤਾਂ ਨੇ ਮੰਦਰ ਦੇ ਵਿੱਚੋਂ ਉਠਾ ਦਿੱਤਾ ਤੇ ਭਗਤ ਨਾਮਦੇਵ ਜੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਰੋਣ ਲੱਗ ਪਏ। ਮੰਦਰ ਦੇ ਪਿਛਲੇ ਬੰਨੇ ਆ ਕੇ ਬੈਠ ਗਏ ਤੇ ਆ ਕੇ ਰੋਣ ਲੱਗ ਪਏ। ਤੇ ਪਰਮਾਤਮਾ ਨੇ ਕੀ ਕੀਤਾ, ਉਸਨੇ ਉਹ ਦੇਹਰੇ ਦਾ ਉਸ ਮੰਦਰ ਦਾ ਮੂੰਹ ਭਵਾ ਕੇ ਤੇ ਉਹ ਪੁੱਠੇ ਬੰਨੇ ਨੂੰ ਕਰ ਦਿੱਤਾ, ਜਿੱਧਰ ਨਾਮਦੇਵ ਜੀ ਹੀ ਬੈਠੇ ਉਧਰ ਨੂੰ ਕਰ ਦਿੱਤਾ। ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾੜ ਦਿਆ। ਪਾਂਡਿਆਂ ਨੂੰ ਇਸ ਗੱਲ ਦੀ ਮਤਲਬ ਲਾਹਨਤ ਪਾਈ ਮਹਾਰਾਜ ਨੇ ਕਿ ਤੁਸੀਂ ਅਕਾਲ ਪੁਰਖ ਨੇ ਵੀ ਸਾਧੂ ਜਨ ਸਾਰਿਆਂ ਦੇ ਸਾਂਝੇ ਹੁੰਦੇ ਹਨ, ਸਾਧੂ ਨੂੰ ਕੋਈ ਵੀ ਮੇਰ ਤੇਰ ਨਹੀਂ ਹੁੰਦੀ ਪਰਮਾਤਮਾ ਦੇ। ਜੇ ਪਰਮਾਤਮਾ ਜਰੇ ਦੇ ਵਿੱਚ ਹੈ ਤਾਂ ਫਿਰ ਉਹ ਜਿਹੜੀਆਂ ਚੱਪਲਾਂ ਖੜਕਾਉਣ ਲੱਗ ਪਿਆ ਸੀ, ਜਿਹੜੀ ਜੁੱਤੀ ਖੜਕਾਉਣ ਲੱਗ ਪਿਆ ਸੀ ਖੜਤਾਲਾਂ ਦੀ ਥਾਂ ਤੇ, ਉਹਦੇ ਵਿੱਚ ਵੀ ਤਾਂ ਪਰਮਾਤਮਾ ਸੀ। ਜੇ ਖੜਤਾਲਾਂ 'ਚ ਪਰਮਾਤਮਾ ਤਾਂ ਉਹ ਜੁੱਤੀਆਂ ਵਿੱਚ ਵੀ ਪਰਮਾਤਮਾ ਹੈ। ਪਰਮਾਤਮਾ ਕਿਉਂਕਿ ਕਿਣਕੇ ਜਰੇ ਦੇ ਵਿੱਚ ਜੇ ਅਸੀਂ ਕਹਿ ਰਹੇ ਹਾਂ, ਉਹ ਪੰਡਤਾਂ ਦੇ ਸੋਚ ਤੋਂ ਉੱਪਰ ਸੀ ਜੋ ਕੁਝ ਵੀ ਹੋਇਆ। ਜਦੋਂ ਇੱਕ ਛੋਟੀ ਜਿਹੀ ਗੱਲ ਹੈ, ਉਦਾਹਰਨ ਹੈ ਕਿ ਜਿੰਨਾ ਕੋਈ ਵੱਡਾ ਬੰਦਾ ਹੋਏ ਉਨਾ ਛੇਤੀ ਕੰਮ ਕਰ ਲੈਂਦਾ ਹੈ। ਇੱਕ ਫਰਜ਼ ਕਰੋ ਆਪਾਂ ਮਕਾਨ ਹੀ ਬਣਾਉਣਾ ਹੈ, ਇੱਕ ਆਮ ਗਰੀਬ ਬੰਦੇ ਨੇ ਮਕਾਨ ਬਣਾਉਣਾ ਹੈ, ਉਹ ਪਹਿਲੋਂ ਇੱਟਾਂ ਸਟਾਉਂਦਾ ਹੈ ਪਹਿਲੀ ਛਮਾਈ ਦੇ ਵਿੱਚ, ਫਿਰ ਉਹ ਬਜਰੀ ਰੇਤਾ ਸੀਮਟ ਲੈ ਕੇ ਆਉਂਦਾ ਹੈ, ਸਰੀਆ ਲੈ ਕੇ ਆਉਂਦਾ ਹੈ, ਪਹਿਲੇ ਸਾਲ ਦੇ ਵਿੱਚ ਇਹ ਸਮਾਨ ਹੀ ਇਕੱਠਾ ਕਰਦਾ ਹੈ।
ਦੂਜੇ ਫਿਰ ਦਿਹਾੜੀਆਂ ਤੇ ਲਾ ਕੇ ਬੰਦੇ ਨੂੰ ਲਾ ਦਿਹਾੜੀਆਂ ਤੇ ਬੰਦੇ ਲਾ ਕੇ ਕੁਛ ਆਪ ਕੰਮ ਕਰਨ ਲੱਗ ਪੈਂਦਾ ਹੈ, ਕੁਛ ਮੰਗ ਮੁੰਗ ਪਾ ਕੇ ਇੱਧਰੋਂ ਉੱਧਰੋਂ ਫੜ ਕੇ ਤਾਂ ਉਹ ਇੱਕ ਮਕਾਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਚਲੋ ਜੀ, ਦੂਜੇ ਸਾਲ ਦੇ ਵਿੱਚ ਮਕਾਨ ਸ਼ੁਰੂ ਹੋ ਜਾਂਦਾ ਹੈ। ਤੀਜੇ ਸਾਲ 'ਚ ਪਲਸਤਰ ਕਰਾ ਲੈਂਦਾ ਹੈ। ਤਾਂ ਦਰਵਾਜ਼ੇ ਖਿੜਕੀਆਂ ਲਾਉਣ ਲੱਗਿਆਂ ਤਾਂ ਪਤਾ ਨਹੀਂ ਵਿਚਾਰਿਆਂ ਨੂੰ ਕਿੰਨਾ ਕੁ ਚਿਰ ਲੱਗ ਜਾਂਦਾ ਹੈ। ਉਹਨਾਂ ਨੇ ਤੱਪੜ ਤਾਣ ਕੇ ਗੁਜ਼ਾਰਾ ਕਰਦੇ ਹਨ, ਕੱਪੜਾ ਤਾਣ ਕੇ ਖਿੜਕੀਆਂ ਦੇ ਅੱਗੇ ਉਹਨਾਂ ਗੁਜ਼ਾਰਾ ਕੀਤਾ ਹੁੰਦਾ ਹੈ। ਕਈ ਸਾਲ ਲੱਗ ਜਾਂਦੇ ਹਨ ਇੱਕ ਮਕਾਨ ਬਣਾਉਂਦਿਆਂ। ਇੱਕ ਉਸ ਤੋਂ ਥੋੜ੍ਹਾ ਜਿਹਾ ਵੱਡਾ ਆ, ਉਹਨੇ 1 ਸਾਲ ਦੇ ਵਿੱਚ ਮਕਾਨ ਆਪਣਾ ਸਾਰਾ ਤਿਆਰ ਕਰਕੇ ਬੜਾ ਖੁਸ਼ ਹੁੰਦਾ ਹੈ ਕਿ ਮੈਂ ਆਪਣਾ ਪੂਰਾ ਮਕਾਨ ਤਿਆਰ ਕਰ ਲਿਆ। ਇੱਕ ਉਸ ਤੋਂ ਹੋਰ ਵੱਡਾ ਆਉਂਦਾ ਹੈ, ਉਹ 6 ਮਹੀਨਿਆਂ ਵਿੱਚ ਹੀ ਤਿਆਰ ਕਰ ਲੈਂਦਾ ਹੈ, ਉਹਦੇ ਕੋਲ ਪਾਵਰ ਵੱਧ ਹੈ। ਇੱਕ ਜਿਹੜਾ ਹੈ ਉਹ 3 ਮਹੀਨਿਆਂ ਦੇ ਵਿੱਚ ਹੀ ਮਕਾਨ ਆਪਣਾ ਤਿਆਰ ਕਰ ਲੈਂਦਾ ਹੈ। ਔਰ ਇੱਕ ਜਿਹੜਾ ਹੈ ਉਹ ਜ਼ਿਆਦਾ ਮਿਸਤਰੀ ਲਾ ਕੇ ਤਾਂ ਉਹ 1 ਮਹੀਨੇ ਦੇ ਵਿੱਚ ਹੀ ਮਕਾਨ ਤਿਆਰ ਕਰ ਲੈਂਦਾ। ਜਿੰਨੇ ਮਿਸਤਰੀ ਜ਼ਿਆਦਾ ਲੱਗ ਜਾਣਗੇ ਉਹਨਾਂ ਕੰਮ ਛੇਤੀ ਹੋਏਗਾ। ਜਿੰਨਾ ਵੱਡਾ ਇਨਸਾਨ ਹੁੰਦਾ ਜਾਂਦਾ ਹੈ, ਜਿੰਨਾ ਵੱਡਾ ਹੁੰਦਾ ਹੈ, ਜਿੰਨਾ ਉੱਪਰ ਹੁੰਦਾ ਹੈ, ਉਨਾ ਉਹਦਾ ਕੰਮ ਛੇਤੀ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਪਰਮਾਤਮਾ ਸਭ ਤੋਂ ਉੱਪਰ ਹੈ, ਪਰਮਾਤਮਾ ਤੋਂ ਬਹੁਤ ਜ਼ਿਆਦਾ ਉੱਚਾ ਹੈ। ਉਹ ਫਿਰ ਜਿਹੜਾ ਕੰਮ 6 ਮਹੀਨੇ, ਜਿਹੜਾ ਕੰਮ ਸਾਲਾਂ 'ਚ ਹੋਣਾ ਸੀ, ਸਾਲ 'ਚ ਹੋਣਾ ਸੀ, ਮਹੀਨਿਆਂ 'ਚ ਹੋਣਾ ਸੀ, ਦਿਨਾਂ 'ਚ ਹੋਣਾ ਸੀ, ਉਹ ਫਿਰ ਚੁਟਕੀ ਦੇ ਨਾਲ ਕਰ ਦਿੰਦਾ, ਕਿਉਂਕਿ ਉਹ ਸਭ ਤੋਂ ਵੱਡਾ ਆ, ਬਹੁਤ ਵੱਡਾ ਆ। ਉਹਦੇ ਤੋਂ ਬੜੇ ਕਾਰੀਗਰ ਆ, ਉਹਦੇ ਤੋਂ ਬੜੇ ਮਜ਼ਦੂਰ ਆ। ਉਹਨੇ ਤੇ 1 ਸਕਿੰਟ ਲਾਉਣਾ ਕੰਮ ਕਰਨ ਲੱਗੇ ਨੇ। ਜਦੋਂ 1 ਸਕਿੰਟ ਦੇ ਵਿੱਚ ਕੰਮ ਹੋ ਗਿਆ, ਵੱਡੇ ਬੰਦੇ ਨੇ ਕੰਮ ਕਰ ਦਿੱਤਾ, ਤਾਂ ਉਸਨੂੰ ਅਸੀਂ ਕਹਿ ਦਿੰਦੇ ਕਰਾਮਾਤ। ਪਰ ਉਹ ਕਰਾਮਾਤ ਹੁੰਦੀ ਨਹੀਂ ਹੈ, ਉਹ ਨਾਰਮਲ ਹੁੰਦਾ, ਉਹ ਵੱਡੇ ਦੀ ਵਡਿਆਈ ਹੁੰਦੀ ਹੈ। ਕਰਾਮਾਤ ਕਹਿਰ ਦਾ ਨਾਂ ਆ। ਕਰਾਮਾਤ ਨਹੀਂ ਵਿਖਾਉਣੀ ਚਾਹੀਦੀ, ਵਿਖਾਉਂਦਾ ਤਾਂ ਕੋਈ ਵੀ ਨਹੀਂਗਾ। ਇਹ ਸਾਡੇ ਜਿਹੜੇ, ਮਾਫ ਕਰਨਾ, ਜਿਹੜੇ ਸਾਡੇ ਵੱਡਿਆਂ ਢਿੱਡਾਂ ਵਾਲੇ ਜਿਹੜੇ ਸਾਡੇ ਸਾਧੂ ਸੰਤ, ਜਿਹੜੇ ਸਾਡੇ ਧਰਮ ਦੇ ਠੇਕੇਦਾਰ ਬਣ ਕੇ ਉੱਪਰਲੀਆਂ ਕਤਾਰਾਂ ਦੇ ਵਿੱਚ ਬੈਠ ਗਏ, ਉਹਨਾਂ ਨੇ ਲੋਕਾਂ ਦਾ ਦਸਵੰਧ ਖਾਣਾ ਸ਼ੁਰੂ ਕੀਤਾ, ਲੋਕਾਂ ਦੇ ਪੈਸੇ ਖਾਣੇ ਸ਼ੁਰੂ ਕੀਤੇ। ਲੋਕਾਂ ਨੇ ਆ ਕੇ ਉਹਨਾਂ ਦੀਆਂ ਗੋਡਿਆਂ ਨੂੰ ਹੱਥ ਲਾਉਣਾ, ਉਹਨਾਂ ਕੋਲੋਂ ਅਰਦਾਸਾਂ ਕਰਾਉਣੀਆਂ, ਉਹਨਾਂ ਕੋਲੋਂ ਕੰਮ ਆਖਣਾ ਵੀ ਬਾਬਾ ਜੀ ਆਹ ਕੰਮ ਸਾਡਾ ਹੋਣਾ ਚਾਹੀਦਾ ਆ। ਉਹ ਭਾਈ, ਕਰਾਮਾਤ ਨਹੀਂ ਸਿੰਘ ਗੁਰੂ ਭਗਤ ਕਰਾਮਾਤ ਨਹੀਂ ਵਿਖਾਉਂਦੇ ਹੁੰਦੇ, ਸਾਧੂ ਕਰਾਮਾਤ ਨਹੀਂ ਵਿਖਾਉਂਦੇ ਹੁੰਦੇ। ਕਰਾਮਾਤ ਕਹਿਰ ਦਾ ਨਾਂ ਆ। ਪੰਗਾ ਤੋਂ ਨਾ ਪਾਤਾ। ਜੇ ਤੁਸੀਂ ਸੱਚੇ ਮਨ ਦੇ ਨਾਲ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੋਗੇ, ਤੁਹਾਡਾ ਮਨ ਨਿਰਛਲ ਹੋਵੇਗਾ, ਨਿਸ਼ਕਾਮ ਹੋਵੇਗਾ, ਤੁਹਾਨੂੰ ਕੋਈ ਲਾਲਚ ਨਹੀਂ ਹੋਏਗਾ। ਤੁਹਾਡੀ ਅਰਦਾਸ ਕਦੀ ਵੀ ਸਤਿਗੁਰੂ ਜੀ ਜਿਹੜੇ ਆ ਉਹ ਪੂਰੀ ਹੋਣ ਤੋਂ ਨਹੀਂ ਰਹਿਣ ਦੇ ਸਕਦੇ। ਉਹ ਅਰਦਾਸ ਇੱਕ ਐਡੀ ਜ਼ਬਰਦਸਤ ਚੀਜ਼ ਹੈ ਕਿ ਉਹ ਕਦੀ ਵੀ ਪੂਰੀ ਨਹੀਂ ਹੁੰਦੀ, ਕਦੀ ਵੀ ਪੂਰੀ ਹੋਣ ਤੋਂ ਬਿਨਾਂ ਨਹੀਂ ਰਹਿ ਸਕਦੀ। ਜੇ ਅਸੀਂ ਅੰਤਰੀਵ ਡੂੰਘਾਈਆਂ ਦੇ ਵਿੱਚੋਂ ਕੀਤੀ ਹੋਵੇ। ਤੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਸੀ, ਪ੍ਰਣ ਕੀਤਾ ਸੀ ਕਿ ਮੈਂ ਆਪਣਾ ਸੀਸ ਜਿਹੜਾ ਆ ਉਹ ਹਰਿਮੰਦਰ ਸਾਹਿਬ ਵਿੱਚ ਜਾ ਕੇ ਦਊਂਗਾ। ਔਰ ਉਹਨਾਂ ਨੇ ਦਿੱਤਾ। ਉਹਨਾਂ ਨੇ ਸਿਰ ਤਲੀ ਤੇ ਰੱਖ ਕੇ ਲੜ ਕੇ ਆਏ। ਔਰ ਅੱਜ ਦੇ ਜਿਹੜੇ ਅੱਖਰੀ ਗਿਆਨੀ ਆ, ਜਿਹੜੇ ਇਸ ਚੀਜ਼ ਨੂੰ ਨਹੀਂ ਮੰਨ ਸਕਦੇ, ਕਿਉਂਕਿ ਉਹਨਾਂ ਦਾ ਦਿਮਾਗ ਤਾਂ ਕੰਮ ਕਰਦਾ ਹੀ ਨਹੀਂ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਆਈ। ਉਹ ਭਲਿਓ ਲੋਕੋ, ਜਦੋਂ ਬੁੱਧ ਹਰੀ ਨੂੰ ਦੇ ਦੋਗੇ, ਜਦੋਂ ਬੁੱਧ ਪਰਮਾਤਮਾ ਨੂੰ ਦੇ ਦੋਗੇ, ਫਿਰ ਤੁਹਾਡੇ ਬਚਨਾਂ ਦੇ ਵਿੱਚ, ਤੁਹਾਡੇ ਕੰਮਾਂ ਦੇ ਵਿੱਚ ਸਿੱਧੀ ਆ ਜਾਵੇਗੀ। ਫਿਰ ਕੰਮ ਐਟੋਮੈਟਿਕਲੀ ਹੋਣੇ ਸ਼ੁਰੂ ਹੋ ਜਾਣਗੇ। ਤੇ ਸਾਡੇ ਕੰਮ ਤਾਂ ਐਟੋਮੈਟਿਕਲ ਹੁੰਦੇ ਨਹੀਂ। ਤੇ ਜੇ ਬਾਬਾ ਦੀਪ ਸਿੰਘ ਜੀ ਦਾ ਕੰਮ ਐਟੋਮੈਟਿਕ ਹੋਇਆ ਤਾਂ ਅਸੀਂ ਉਹਨੂੰ ਕਹਿ ਨਹੀਂ ਸਕਦੇ। ਕਹਿੰਦੇ ਨਹੀਂ, ਇਹ ਕੰਮ ਹੋ ਹੀ ਨਹੀਂ ਸਕਦਾ। ਉਹਨਾਂ ਦੀ ਧੌਣ ਦੇ ਉੱਤੇ ਤਲਵਾਰ ਦਾ ਵਾਰ ਵੱਜ ਗਿਆ ਸੀ, ਤੇ ਉਹਨਾਂ ਧੌਣ ਨੂੰ ਇੱਕ ਪਾਸਿਓਂ ਸਿਰ ਨੂੰ ਹੱਥ ਰੱਖ ਕੇ ਤੇ ਉਹਨਾਂ ਥੰਮ ਛੱਡਿਆ। ਸਾਹ ਰਗ ਬਚੀ ਸੀ, ਬਾਕੀ ਸਾਰੇ ਵੱਡੇ ਗਏ ਸੀ। ਸਾਹ ਰਗ ਬਚੀ, ਬਾਕੀ ਵੱਡੇ ਗਏ। ਤੇ ਉਹ ਭਾਈ ਤੁਰ ਕੇ ਕਿਵੇਂ ਉੱਥੋਂ ਤੱਕ ਆ ਗਏ? ਇਹ ਗੱਲਾਂ ਜਿਹੜੀਆਂ ਧਾਰਮਿਕ ਵਿਸ਼ੇ ਦੇ ਵਿੱਚ ਅੱਥ ਕਥਨੀ ਨਹੀਂ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਪ੍ਰਭੂ ਭਾਵੈ, ਪਰਮਾਤਮਾ ਸਤਿਗੁਰ ਮੇਰਾ ਮਾਰ ਜਵਾਲੇ। ਜੇ ਸਤਿਗੁਰ ਜੀ ਦੀ ਰਜਾ ਹੋਵੇ ਤਾਂ ਮਾਰ ਕੇ ਜਿੰਦਾ ਵੀ ਕਰ ਲੈਂਦਾ ਆ। ਹੁਣ 5 ਪਿਆਰਿਆਂ ਦਾ ਵੀ ਕਹਿੰਦੇ ਆ, ਨਹੀਂ ਜੀ 5 ਪਿਆਰਿਆਂ ਦੇ ਸਿਰ ਥੋੜਾ ਉਹਨਾਂ ਲਾਏ ਸੀ। ਉਹ ਜੇ ਮਾਰ ਕੇ ਜਵਾ ਸਕਦਾ ਤਾਂ ਕਿਉਂ ਨਹੀਂ ਜਵਾਇਆ? 5 ਪਿਆਰਿਆਂ ਦੇ ਸਿਰ ਲਾ ਕੇ ਉਹਨਾਂ ਨੇ ਅਦਲ ਬਦਲ ਕੇ ਇੱਕ ਦੂਜੇ ਦੇ ਉੱਤੇ ਲਾ ਕੇ ਉਹਨਾਂ ਨੇ ਜਾਤ ਪਾਤ ਦਾ ਭੇਦਭਾਵ ਮਿਟਾ ਦਿੱਤਾ। ਇਹ ਕਰਾਮਾਤਾਂ ਆਮ ਲੋਕਾਂ ਦੇ ਦਿਲਾਂ ਦੇ ਵਿੱਚ, ਆਮ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ। ਪਰ ਇੱਕ ਗੁਰੂ ਪ੍ਰੇਮੀਆਂ ਵਾਸਤੇ, ਪਰਮਾਤਮਾ ਵਾਸਤੇ, ਗੁਰੂ ਵਾਸਤੇ, ਗੁਰੂ ਦੇ ਭਗਤਾਂ ਵਾਸਤੇ ਇਹ ਵੱਡੀਆਂ ਗੱਲਾਂ ਨਹੀਂ, ਇਹ ਨਾਰਮਲ ਗੱਲਾਂ। ਸਤਿਗੁਰੂ ਸਭ ਕੁਛ ਕਰ ਸਕਦੇ ਹਨ, ਸਭ ਕੁਛ ਕਰ ਸਕਦੇ ਹਨ। ਇੱਕ ਆਮ ਗੁਰਸਿੱਖ ਅਰਦਾਸ ਕਰਕੇ ਅਟਕ ਦਰਿਆ ਨੂੰ ਅਟਕਾ ਸਕਦੇ ਹਨ। ਅੱਜ ਦੀਆਂ ਗੱਲਾਂ ਆ, ਜ਼ਿਆਦਾ ਦੇਰ ਦੀਆਂ ਗੱਲਾਂ ਨਹੀਂ।
ਕਿਉਂਕਿ ਜੇ ਜ਼ਿਆਦਾ ਦੇਰ ਹੋ ਜੇ ਫਿਰ ਤੇ ਇਤਿਹਾਸ ਬਦਲੇ ਵੀ ਜਾਂਦੇ ਹਨ। ਜੇ ਇਤਿਹਾਸ 'ਚ ਆਪਾਂ ਨਾਮ ਹੀ ਜਾਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਥਾਂ ਦੇ ਉੱਤੇ ਲਿਖਿਆ ਆ, ਹਰਨਾਕਸ਼ ਨਖੀ ਬਿਦਾਰਿਆ, ਥੰਮ ਪਾੜ ਕੇ ਆ ਗਿਆ, ਥੰਮ ਪਾੜ ਕੇ ਉਹ ਆ ਗਿਆ, ਪ੍ਰਗਟ ਹੋ ਗਿਆ, ਹਰਨਾਕਸ਼ ਮਾਰਿਆ, ਸੀਤਾ ਦ੍ਰੋਪਦੀ ਦੀ ਲੱਜਾ ਰੱਖੀ, ਅੰਬਰ ਲੈ ਤੇ ਉਬਾਰੀ ਵਾਲੇ ਪਰ ਕਿੰਨੇ ਕੁ ਕੱਪੜਿਆਂ ਦੇ ਢੇਰ ਲਾ ਦਿੱਤੇ। ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਾਮਾਤਾਂ ਲਿਖੀਆਂ, ਜਿਹੜੀਆਂ ਅਸੀਂ ਕਰਾਮਾਤਾਂ ਕਹਿੰਦੇ ਹਾਂ। ਇਹ ਕਰਾਮਾਤਾਂ ਨਹੀਂ ਹੈ, ਨਾਰਮਲ ਗੱਲਾਂ ਆ, ਪਰ ਹੈ ਉਹਨਾਂ ਮਹਾਂਪੁਰਖਾਂ ਵਾਸਤੇ ਆ, ਉਹਨਾਂ ਸਾਧੂਆਂ ਸੰਤਾਂ ਵਾਸਤੇ ਆ ਜਿਹੜੇ ਉਹਦੇ ਪ੍ਰੇਮੀ ਨੇ, ਜਿਹੜੇ ਮਾਇਆ ਦੀ ਖਾਤਰ ਵੱਡੇ ਵੱਡੇ ਤਖਤਾਂ ਦੇ ਉੱਤੇ ਬੈਠੇ ਹੋਏ ਹਨ, ਵੱਡੇ ਵੱਡੇ ਧਾਰਮਿਕ ਸਥਾਨਾਂ ਦੇ ਅਹੁਦੇ, ਉੱਚੇ ਅਹੁਦਿਆਂ ਤੇ ਬੈਠੇ ਹੋਏ ਹਨ। ਉਹਨਾਂ ਦੇ ਵੱਸ ਦੀ ਗੱਲ ਨਹੀਂ। ਉਹਨਾਂ ਵਾਸਤੇ ਕਰਾਮਾਤ ਕਹਿ ਰਿਹਾ, ਤੇ ਇੱਕ ਸਾਧੂ ਵਾਸਤੇ, ਇੱਕ ਪਰਮਾਤਮਾ ਦੇ ਪਿਆਰੇ ਵਾਸਤੇ, ਇੱਕ ਗੁਰੂ ਵਾਸਤੇ ਇਹ ਨਾਰਮਲ ਗੱਲਾਂ ਆ। ਹੱਸ ਹੱਸ ਕੇ ਕਰਦੇ ਹਨ। ਉਹ ਨਾਮਦੇਵ ਜੀ ਦਾ ਜਿਵੇਂ ਦੇਹਰਾ ਫੇਰਤਾ ਸੀ, ਉਹ ਮਰੀ ਗਊ ਜਵਾਤੀ ਸੀ। ਭਗਤ ਕਬੀਰ ਜੀ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿਣ ਡਏ ਆ ਵੀ ਉਹਨੂੰ ਜੰਜੀਰਾਂ ਨਾਲ ਬੰਨ੍ਹ ਕੇ ਭਗਤ ਕਬੀਰ ਜੀ ਨੂੰ ਸੁੱਟਤਾ, ਗੰਗਾ ਦੇ ਵਿੱਚ ਸੁੱਟਤਾ। ਲਹਿਰਾਂ ਦੇ ਨਾਲ ਗੰਗਾ ਦੀਆਂ ਜੰਜੀਰਾਂ ਟੁੱਟ ਗਈਆਂ ਤੇ ਭਗਤ ਕਬੀਰ ਜੀ ਪਾਣੀ ਦੀ ਤਹਿ ਦੇ ਉੱਤੇ ਇੱਦਾਂ ਚੌਂਕੜਾ ਮਾਰ ਕੇ ਬੈਠੇ ਆ ਜਿਵੇਂ ਮਿਰਗਸ਼ਾਲਾ ਤੇ ਬੈਠੇ ਹੁੰਦੇ ਆ, ਜਿਵੇਂ ਆਮ ਧਰਤੀ ਤੇ ਬੈਠੇ ਹੁੰਦੇ ਆ। ਇਹ ਕਰਾਮਾਤ ਹੈ? ਕੀ ਹੈ? ਕਰਾਮਾਤ ਨਹੀਂ ਗੀ ਇਹ ਨਾਰਮਲ ਗੱਲਾਂ ਆ ਸਾਧੂਆਂ ਸੰਤਾਂ ਵਾਸਤੇ। ਇਸ ਕਰਕੇ ਮਤਲਬ ਕਹਿਰ ਦਾ ਨਾਂ ਜਿਹੜਾ ਕਹਿ ਦਿੰਦੇ, ਪਤਾ ਨਹੀਂ ਕਿਹੜੇ ਇਤਿਹਾਸ ਦੇ ਵਿੱਚ ਕਿੰਨੇ ਲਿਖ ਦਿੱਤਾ ਆ ਕਰਾਮਾਤ ਕਹਿ ਰਿਹਾ। ਕਰਾਮਾਤ ਹੈ ਹੀ ਕੁਛ ਨਹੀਂ, ਕਹਿਰ ਕੀ ਹੋਣਾ ਆ? ਪਰ ਸਾਰਾ ਕੁਛ ਤੇ ਪਰਮਾਤਮਾ ਦੇ ਹੁਕਮ ਵਿੱਚ ਆ। ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠੇ, ਕਹਿੰਦੇ ਉਹਨਾਂ ਨੇ ਜੇ ਉਹਨਾਂ 'ਚ ਤਾਕਤ ਹੁੰਦੀ ਤਾਂ ਕਰਾਮਾਤ ਨਾ ਵਿਖਾਉਂਦੇ। ਉਹ ਇਦੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ ਵੀ ਤੱਤੀ ਤਵੀ ਤੇ ਇੱਕ ਇਨਸਾਨ ਬੈਠ ਜਾਵੇ? ਇਸ ਤੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ? ਚੀਕਾਂ ਮਾਰਦੇ ਉੱਠ ਪੋਗੇ, ਮਾੜੀ ਜੀ ਪ੍ਰੈਸ ਵੀ ਲੱਗ ਜੇ ਤੇ ਮਾੜੀ ਜੀ ਹੱਥ ਦੇ ਉੱਤੇ ਤੱਤੀ ਚਾਹ ਲਾਉਣ ਲੱਗੋ ਨਾ, ਕੇਤਲੀ ਦੇ ਆਪਣੀ ਫਰਾਈ ਪੈਨ ਲਾਉਣ ਲੱਗੋ ਤੇ ਉਹਦੇ ਨਾਲ ਹੀ ਆਪਣੀਆਂ ਚੀਕਾਂ ਨਿਕਲ ਜਾਂਦੀਆਂ ਜੇ ਕਿਤੇ ਹੱਥ ਲੱਗ ਜੇ ਤੱਤੇ ਥਾਂ ਦੇ ਉੱਤੇ। ਤੇ ਪਰ ਉਹ ਤੇ ਚੌਂਕੜਾ ਮਾਰ ਕੇ ਅਡੋਲ ਬੈਠੇ ਨੇ। ਇਹ ਕਰਾਮਾਤ ਹੈ ਆਮ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ, ਪਰ ਸਾਧੂਆਂ ਵਾਸਤੇ ਨਾਰਮਲ ਹੈ। ਜਦੋਂ ਆਪਣਾ ਸਰੀਰ ਦੇ ਵਿੱਚੋਂ, ਪੰਜ ਭੂਤਿਕ ਸਰੀਰ ਦੇ ਵਿੱਚੋਂ ਆਤਮਾ ਨੂੰ ਉਹ ਬਾਹਰ ਕੱਢ ਲੈਂਦੇ ਆ ਨਾ, ਤਾਂ ਫਿਰ ਉਹ ਤਮਾਸ਼ਾ ਵੀ ਵੇਖਦੇ ਆ ਕਿ ਸੰਸਾਰ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਉਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਹੁੰਦਾ, ਉਹ ਸਦਾ ਆਨੰਦ ਦੇ ਵਿੱਚ ਰਹਿੰਦੇ ਹਨ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ 'ਚ ਕਹਿੰਦੇ ਆ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਕਰਾਮਾਤ ਵਿਖਾਓ। ਉਹ ਕਰਾਮਾਤ ਨਹੀਂ ਸੀ, ਜਿਹੜਾ ਆਰੇ ਨਾਲ ਚੀਰਨ ਡੇ ਸੀ ਤੇ ਕਹਿੰਦੇ ਮੇਰਾ ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਮੇਰਾ ਮੁੱਖ ਜਿਹੜਾ ਮੇਰੇ ਗੁਰੂ ਵੱਲ ਕਰ ਦਿਓ। ਕੁਛ ਮੰਗਿਆ ਹੀ ਨਹੀਂ, ਕੁਛ ਬਚੇ ਹੀ ਨਹੀਂ, ਜਾਨ ਹੀ ਨਹੀਂ ਬਚਾਈ ਆਪਣੀ। ਗੁਰੂ ਸਾਹਿਬ ਜੀ ਵੀ ਡੋਲ ਬੈਠੇ ਰਹੇ। ਉਹਨਾਂ ਆਖਿਆ ਤੂੰ ਜੋ ਕਰਨਾ ਕਰ, ਜੋ ਪਰਮਾਤਮਾ ਦਾ ਹੁਕਮ ਆ ਉਹ ਹੋਣਾ ਆ, ਹੈ ਨਾ। ਕਰਾਮਾਤ ਕੁਛ ਹੈ ਨਹੀਂ ਗੀ, ਜੋ ਕੁਛ ਪਰਮਾਤਮਾ ਕਰੇਗਾ। ਜੇ ਮੇਰਾ ਸਿਰ ਦਿੱਤਿਆਂ ਇੰਨੇ ਪੰਡਤਾਂ ਦੇ ਧਰਮ ਬਚ ਸਕਦਾ ਆ ਤਾਂ ਮੈਂ ਉਹ ਬਚਾਉਣ ਨੂੰ ਮਤਲਬ ਵੀ ਸਿਰ ਦੇ ਕੇ ਕਰਾਮਾਤ ਕਰਦਾ ਆ। ਇਹੀ ਮੇਰੀ ਕਰਾਮਾਤ ਆ ਵੀ ਮੈਂ ਆਪਣਾ ਦੂਸਰਿਆਂ ਦੀ ਖਾਤਰ ਸਿਰ ਦੇ ਦਾਂ। ਸਾਧੂ ਸੰਤ ਜਿਹੜੇ ਆ ਉਹ ਸਾਰਾ ਕੁਛ ਜਿਹੜੇ ਆ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਕਰਦੇ ਆ। ਉਹ ਆਪ ਕੁਛ ਵੀ ਨਹੀਂ ਕਰਦੇ, ਹੁੰਦਾ ਹੀ ਪਰਮਾਤਮਾ ਦਾ ਤੇ ਸਾਧੂ ਦਾ ਕੋਈ ਭੇਦ ਹੀ ਨਹੀਂ ਹੁੰਦਾ ਆਪੋ ਦੇ ਵਿੱਚ। ਉਹ ਜਿਉਂ-ਜਿਉਂ ਉਹਦੇ ਆਪਾਂ ਸੱਜਣ ਬਣਦੇ ਜਾਂਦੇ ਹਾਂ, ਯਾਰ ਬਣਦੇ ਜਾਂਦੇ ਹਾਂ, ਉਹ ਸਾਨੂੰ ਆਪਣੇ ਭੇਦ ਵੱਧ ਦੇਣ ਲੱਗ ਪੈਂਦਾ। ਉਹ ਸਾਰੇ ਆਪਣੇ ਜਿਹੜੇ ਗੁੱਝੇ ਭੇਦ ਆ ਉਹ ਸਾਨੂੰ ਦੱਸਣ ਲੱਗ ਪੈਂਦਾ, ਸਾਧੂਆਂ ਸੰਤਾਂ ਨੂੰ ਦੱਸਣ ਲੱਗ ਪੈਂਦਾ। ਤੇ ਅਸੀਂ ਜਿਹੜੇ ਆ ਅਸੀਂ ਉਹਦੇ ਨਾਮ ਜਪਦੇ ਹਾਂ, ਗਦ ਹੋਈ ਜਾਂਦੇ ਹਾਂ, ਖੁਸ਼ ਹੋਈ ਜਾਂਦੇ ਹਾਂ, ਆਨੰਦਿਤ ਹੋਈ ਜਾਂਦੇ ਹਾਂ, ਉਹਦਾ ਸ਼ੁਕਰੀਆ ਕਰੀ ਜਾਂਦੇ ਹਾਂ। ਉਹਦਾ ਸ਼ੁਕਰੀਆ ਕਰਦਿਆਂ ਹੀ, ਹਜ਼ਾਰਾਂ ਵਾਰੀ ਸ਼ੁਕਰੀਆ ਕਰਦਿਆਂ ਵੀ ਆਪਾਂ ਨੂੰ ਕੋਈ ਥਕਾਵਟ ਨਹੀਂ ਹੁੰਦੀ, ਕੋਈ ਆਲਸ ਨਹੀਂ ਆਉਂਦਾ। ਫਿਰ ਵੀ ਜਪਦਾ ਥੋੜ੍ਹਾ ਆ। ਸੋ ਅੱਜ ਦੀ ਬੇਨਤੀ ਇੰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।